सतनाम वाहिगुरु साहिब जी। फिरत फिरत प्रभ आया, परया तो सरनाए। नानक की प्रभ बेनती, अपनी भगति लाए। बोले शेख फरीद, प्यारे अलह लगे। एह तन हो सी खाक, निमाणी गौर करे। आज मिलावा शेख फरीद, टाकिम कुंजड़ियाँ मनहो मचिंदड़ियाँ। दे जाना मर जाइए, घुमना आइए। बोलिए सच धर्म, झूठ ना बोलिए। जो गुर दसे वाट, मुरीदा जोलिए। शैल लंघन दे पार, गोरी मन धीरिया। कंचन वन्ने पासे, कलवत चीरिया। शेख हयाती जग ना कोई चिर रहा, जिस आसन हम बैठे केते बैस गया। कतक कुंजा चेत डो, सावण बिजलियाँ। सियाले सोहंदियाँ, पिरगल बाहड़ियाँ। चले चलनहार, विचारा ले मनो। गंढेंदियाँ शिव महा, तुड़ंदियाँ हिक खिनो। जिमी पुछै असमान, फरीदा खेवट किन गए। जालण गोरा नाल, उलामे जी सहे। जालण गोरा नाल, उलामे जी सहे। बेसुमार अथाह अगनत तोले, जो बुलावो त्यो नानक दास बोले। जेता जियो पिंड सब तेरा,
ਤੂ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂ ਕਰਾਏ ਤੇਹਾ ਹੋ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਚ ਕੋਟੰ ਰਚੰਤ ਤੋਯੰ, ਲੇਪਨੰ ਰਕਤ ਚਰਮਣః, ਨਵੰਤ ਦੁਆਰੰ ਪੀਤ ਰਹਿਤੰ, ਬਾਏ ਰੂਪੰ ਅਸਥੰਬਨః। ਕਾਚ ਕੋਟੰ ਰਚੰਤ ਤੋਯੰ, ਲੇਪਨੰ ਰਕਤ ਚਰਮਣః, ਨਵੰਤ ਦੁਆਰੰ ਭੀਤ ਰਹਿਤੰ, ਬਾਏ ਰੂਪੰ ਅਸਥੰਬਨః। ਗੋਬਿੰਦ ਨਾਮੰ ਨਹਿ ਸਿਮਰੰਤ, ਅਗਿਆਨੀ ਜਾਨੰਤ ਅਸਥਿਰੰ, ਦੁਰਲਭ ਦੇਹ ਉਦਰਹੰਤ, ਸਾਧ ਸਰਣ ਨਾਨਕ। ਹਰਿ 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 ਜਪੰਤ, ਗੋਬਿੰਦ ਨਾਮੰ ਨਹਿ ਸਿਮਰੰਤ, ਅਗਿਆਨੀ ਜਾਨੰਤ ਅਸਥਿਰੰ, ਦੁਰਲਭ ਦੇਹ ਉਦਰਹੰਤ, ਸਾਧ ਸਰਣ ਨਾਨਕ। ਹਰਿ 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 ਜਪੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਸਾਡੇ ਜੀਵਨ ਦਾ ਇਹ ਬਖਸ਼ਿਸ਼ ਭਰਿਆ ਕਰਮ ਬਣਾ ਕੇ ਨਵਾਜ਼ਿਸ਼ ਕੀਤੀ ਹੈ, ਜੋ ਅਸੀਂ ਸਭ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰਮੁਖਾਂ ਦੀ ਨਿਆਈ ਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ, ਗੁਰਬਾਣੀ ਦੇ ਸ਼ਰਵਣ ਅਭਿਆਸ ਦੁਆਰਾ ਆਪਣੇ ਮਨ, ਬੁੱਧ, ਚਿੱਤ, ਸੁਰਤ ਨੂੰ ਇਕਾਗਰ ਕਰਕੇ ਪਰਮ ਆਤਮਿਕ ਆਨੰਦ ਮਾਣਨ ਦਾ ਯਤਨ ਕਰ ਰਹੇ ਹਾਂ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਕੀ ਕਿਰਪਾ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾ ਖਾਵਹਿ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਦ ਕਰਮਾਂ ਦਾ ਸ਼ੁਭ ਭਾਗ ਉਦੈ ਹੁੰਦਾ ਹੈ, ਫਿਰ ਉੱਤਮ ਪੁਰਖਾਂ ਦੀ ਸਤਿਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਔਰ ਇਹ ਸੰਗਤ ਕੇਵਲ ਬੈਠਣ ਸੁਣਨ ਮਾਤਰ ਨਹੀਂ ਹੈ, ਇਹ ਸਾਡੇ ਅੰਦਰੂਨ ਦੀ ਮੈਲ ਨੂੰ ਜਿਤਨੀ ਇਕਾਗਰਤਾ ਦੇ ਨਾਲ ਗੁਰੂ ਕੇ ਸ਼ਬਦ ਦੀ ਵਿਚਾਰ, ਗੁਰੂ ਕੀ ਬਾਣੀ ਦਾ ਪਾਵਨ ਕੀਰਤਨ ਸ਼ਰਵਣ ਕਰਦੇ ਹਾਂ, ਜਿਵੇਂ ਮਨੁੱਖ ਇਸ਼ਨਾਨ ਕਰ ਲੱਗਿਆਂ ਬੜੀ ਗੰਭੀਰਤਾ ਦੇ ਨਾਲ ਆਪਣੇ ਸਾਰੇ ਸਰੀਰ ਤੋਂ ਮੈਲ ਉਤਾਰਨ ਦਾ ਯਤਨ ਕਰਦਾ ਹੈ ਅਤੇ ਬਾਅਦ ਚੰਗੀ ਤਰ੍ਹਾਂ ਸ਼ਵੱਛ ਹੋ ਜਾਂਦਾ ਹੈ। ਇਸੇ ਪ੍ਰਕਾਰ ਸਜਗ ਸਤਸੰਗੀ ਮਨੁੱਖ ਸਤਸੰਗਤ ਦੀ ਜਦੋਂ ਦਾਇਰੇ ਵਿੱਚ ਜੁੜਦਾ ਹੈ, ਉਹ ਇਤਨੀ ਇਕਾਗਰਤਾ
ਗੰਭੀਰਤਾ, ਸਜਗਤਾ, ਚੇਤਨਤਾ ਅਤੇ ਦ੍ਰਿੜਤਾ ਦੇ ਨਾਲ ਗੁਰੂ ਸ਼ਬਦ ਨੂੰ ਸੁਣਦਾ, ਜਾਣਦਾ, ਬੁੱਝਦਾ ਅਤੇ ਮਾਣਦਾ ਹੈ ਕਿ ਬਿਨਾਂ ਯਤਨ ਕੀਤਿਆਂ ਹੀ, ਜਿਵੇਂ ਜਪਜੀ ਸਾਹਿਬ ਦੀ ਬਾਣੀ 'ਚ ਵਾਕ ਹੈ, ਸੁਣਿਆ ਦੁਖ ਪਾਪ ਕਾ ਨਾਸ, ਕੇਵਲ ਸ਼ਰਵਣ ਮਾਤਰ ਦੇ ਨਾਲ ਹੀ ਉਹਨਾਂ ਸਾਰੇ ਸਤਸੰਗੀਆਂ ਦੇ ਅੰਤਰ ਹਿਰਦੇ ਦੀ ਮੈਲ ਹਰੀ ਜਾਂਦੀ ਹੈ ਅਤੇ ਜੀਵਨ ਪੂਰੀ ਤਰ੍ਹਾਂ ਹਿਰਦਾ, ਮਤ, ਬੁੱਧ ਸ਼ਵੱਛ ਹੋ ਜਾਂਦੇ ਹਨ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ, ਗੁਰੂ ਸਾਹਿਬ ਜੀ ਦੀ ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਸਰਵਣ ਕਰ ਰਹੇ ਹੋ। ਲੜੀਵਾਰ ਸ਼ਬਦ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ, ਵਿਆਖਿਆ ਦਾ ਯਤਨ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣః। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਈ ਰਚਨਾ ਸ਼ਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਦੀ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਬਾਣੀ ਦੀ ਬਖਸ਼ਿਸ਼ ਦੁਆਰਾ ਸਾਨੂੰ ਜੀਵਨ ਦੇ ਬੜੇ ਗੋਹਜ ਨੁਕਤੇ ਸਮਝਾ ਕੇ ਫਿਰ ਉਸ ਗਿਆਨਮਈ ਉਪਦੇਸ਼ ਦੇ ਸਦਕਾ ਸਾਡੇ ਜੀਵਨ ਦੀ ਮਹੱਤਤਾ ਦੀ ਪਹਿਚਾਣ ਕਰਵਾ ਕੇ ਸਾਡੇ ਜੀਵਨ ਨੂੰ ਆਤਮਿਕ ਮਨੋਰਥ, ਜੀਵਨ ਦਾ ਬੰਦਗੀ ਦੇ ਨੁਕਤੇ ਤੋਂ ਜੋ ਅਸਲ ਮਕਸਦ ਹੈ ਉਸ ਦੇ ਵੱਲ ਵਧਣ ਦਾ, ਪ੍ਰੇਰਨ ਕਰਨ ਦਾ ਬੜੀ ਵੱਡੀ ਨਵਾਜ਼ਿਸ਼ ਕਰਕੇ ਨਵਾਜਿਆ ਹੈ। ਆਪ ਜੀ ਨੇ ਹੁਣ ਤੱਕ 3 ਸ਼ਲੋਕਾਂ ਦੀ ਵਿਆਖਿਆ ਸਰਵਣ ਕੀਤੀ ਹੈ। ਪਹਿਲੇ 2 ਸ਼ਲੋਕਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸੰਸਾਰਕ ਸੰਬੰਧਾਂ ਦੀ ਅਸਲੀਅਤ, ਉਹਨਾਂ ਦੀ ਨਿਰਾਰਥਕਤਾ ਸਮਝਾ ਕੇ ਫਿਰ ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸਾਡੇ ਜੀਵਨ ਦੀ ਪ੍ਰਕਿਰਿਆ, ਜਿਹਦੇ ਵਿੱਚ ਦੇਹ ਦਾ ਬਲ ਢਲਦਾ ਹੈ, ਸਵਾਸਾਂ ਦੀ ਅਮੋਲਕ ਪੂੰਜੀ ਦਾ ਤੇਲ ਕਾਇਆ ਦੇ ਦੀਵੇ 'ਚੋਂ ਮੁੱਕਦਾ ਹੈ, ਅਤੇ ਫਿਰ ਪਰ ਮਨੁੱਖ ਸਰੀਰ ਦਾ ਬਲ ਜੀਵਨ ਢਲਣ ਦੇ ਬਾਵਜੂਦ ਵੀ ਸੰਸਾਰ ਦਾ ਮੋਹ, ਪਦਾਰਥਾਂ ਦੀ ਖਿੱਚ, ਵਕਾਰਾਂ ਦੇ ਰਸ ਨਹੀਂ ਛੱਡਦਾ। ਤਾਂ ਗੁਰੂ ਸਾਹਿਬ ਜੀ ਨੇ ਕੱਲ੍ਹ ਦੇ 3 ਸ਼ਲੋਕ ਦੁਆਰਾ ਸਮਝਾਇਆ ਸੀ ਕਿ ਜੀਵਨ ਤਾਂ ਸਮਾਪਤ ਹੋਏਗਾ, ਕਾਇਆ ਦਾ ਭਾਂਡਾ ਤਾਂ ਬਿਨਸੇਗਾ, ਪਰ ਉਸ ਤੋਂ ਪਹਿਲਾਂ ਜੇ ਮਨੁੱਖ ਆਪਣੀ ਸਾਧਨਾ ਦਾ ਕੋਈ ਇੰਤਜ਼ਾਮ ਕਰ ਲਵੇ, ਆਪਣੇ ਜੋਤ ਸਰੂਪ ਦੀ ਪਹਿਚਾਨਣ ਦੇ ਲਈ ਕੋਈ ਕਰਮ ਆਰੰਭ ਕਰ ਲਵੇ, ਤਾਂ ਉਹਦਾ ਜੀਵਨ ਸਫਲ ਹੋ ਸਕਦਾ ਹੈ। ਅੱਜ ਚੌਥੇ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਇਸ ਨੁਕਤੇ ਨੂੰ ਹੋਰ ਬਾਰੀਕੀ ਦੇ ਨਾਲ, ਬੜੇ ਸੂਖਮ ਰੂਪ ਦੇ ਨਾਲ ਸਾਡੇ ਸਨਮੁਖ ਰੱਖ ਰਹੇ ਹਨ ਕਿ ਪਹਿਲਾਂ ਮਨੁੱਖ ਨੂੰ ਵੈਰਾਗ ਦ੍ਰਿੜ ਹੋਵੇ। ਹੁਣ ਦੇਖੋ, ਦੁਨੀਆ ਦੇ ਵਿੱਚ ਕਈ ਬੰਦੇ ਸੰਸਾਰ ਤੋਂ ਉਪਰਾਮ ਹੋ ਗਏ ਨੇ। ਕਾਹਦੇ ਕਰਕੇ? ਪਰਿਵਾਰ ਵਿੱਚ ਇਤਨਾ ਦੁੱਖ, ਪਰਿਵਾਰ ਦੇ ਤਲ ਤੋਂ ਇੰਨੀ ਚਿੰਤਾ ਉਪਜਦੀ ਹੈ, ਜਾਂ ਪਰਿਵਾਰ ਨਹੀਂ ਤਾਂ ਆਪਣੇ ਸਰੀਰਕ ਤਲ ਤੋਂ ਇੰਨੇ ਦੁਖੀ ਨੇ, ਅਤੇ ਇਸ ਕਰਕੇ ਉਹ ਆਮ ਸਮਾਜ ਦਾ ਜਿਹੜਾ ਪਰਿਵਾਰ ਦਾ ਵਰਤੋਂ ਵਿਵਹਾਰ ਹੈ ਉਹਦੇ ਤੋਂ ਕਿਨਾਰਾ ਕਰ ਜਾਂਦੇ ਨੇ। ਇਹਦਾ ਮਤਲਬ ਦੁੱਖ ਦਾ ਆਭਾਸ ਉਹਨਾਂ ਨੂੰ ਹੋਇਆ ਕਿ ਕੋਈ ਵਾਕਿਆ ਹੀ ਸਦੀਵ ਸੰਗੀ ਨਹੀਂ ਹੈ। ਪਰ ਇਹ ਦੁੱਖ ਦੇ ਭਾਵ ਕਰਕੇ ਪਰਿਵਾਰ ਤੋਂ, ਸਮਾਜ ਤੋਂ ਉਪਰਾਮ ਹੋਣਾ, ਜੇ ਦੁੱਖ ਕਰਕੇ ਕੇਵਲ ਮਨੁੱਖ ਉਪਰਾਮ ਹੋਇਆ ਤੇ ਅੱਗੇ ਜਾ ਕੇ ਫਿਰ ਦੁੱਖ ਹੀ ਬਣੇਗਾ, ਜੀਵਨ ਦੀ ਕੋਈ ਉਚੇਰੀ ਪ੍ਰੇਰਣਾ ਜਾਂ ਉਚੇਰਾ ਕਰਮ ਨਹੀਂ ਬਣ ਸਕੇਗਾ। ਤਾਂ ਅੱਜ ਦੇ ਪਾਵਨ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਾਡੀ ਦੇਹ ਦੇ ਬਾਰੇ ਹੀ, ਕਿ ਇਹ ਕਿੰਨੀ ਕੱਚੀ ਹੈ, ਕਿੰਨੀ ਅਸਥਰ ਹੈ, ਜਿਹਦਾ ਅਸੀਂ ਸਾਰੀ ਜ਼ਿੰਦਗੀ ਮਾਣ, ਹਰਸ਼ ਸਭ ਕੁਝ ਚੁੱਕੀ ਫਿਰਦੇ ਹਾਂ ਅਤੇ ਆਖਦੇ ਹਾਂ ਕਿ ਅਸੀਂ ਬੜੇ ਚੰਗੇ ਹਾਂ, ਜਾਂ ਸਾਡੀ ਚਮੜੀ ਥੋੜ੍ਹੀ ਸਾਫ਼ ਹੋਵੇ ਤਾਂ ਰੰਗ ਦਾ ਮਾਣ ਹੁੰਦਾ ਹੈ, ਸਰੀਰ ਦੇ ਵਿੱਚ ਥੋੜ੍ਹਾ ਬਲ, ਊਰਜਾ ਵੱਧ ਹੋਵੇ ਤਾਂ ਦੂਜੇ ਦਾ ਤਿਰਸਕਾਰ ਕਰਦੇ ਹਾਂ। ਇਸੇ ਪ੍ਰਕਾਰ ਪਰ ਗੁਰੂ ਸਾਹਿਬ ਜੀ ਅੱਜ ਸਾਨੂੰ ਦੇਹ ਦੇ ਨੁਕਤੇ ਤੋਂ ਅਧਿਆਤਮਿਕ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਉਂਦੇ ਹਨ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣః। ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀਏ ਤਾਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਦੇਹ ਬਾਰੇ ਬੜਾ ਵਿਸਥਾਰ ਦੇ ਵਿੱਚ ਸਮਝਣ ਨੂੰ ਮਿਲਦਾ ਹੈ।
ਗੁਰੂ ਸਾਹਿਬ ਦੀ ਦੇਹ ਦੀ ਮਤਲਬ ਕੱਚੇ ਹੋਣ ਬਾਰੇ ਸਾਨੂੰ ਬੜਾ ਸਮਝਾਉਂਦੇ ਨੇ। ਪ੍ਰਮਾਣ ਹਨ ਗੁਰੂ ਸਾਹਿਬ ਜੀ ਦੇ ਕਿ ਜਿਵੇਂ ਕਾਗਜ਼ ਉੱਪਰ ਪਾਣੀ ਦੀ ਬੂੰਦ ਪੈ ਜਾਂਦੀ ਹੈ, ਕਾਗਜ਼ ਜਿਉਂ ਗਲ ਜਾਹੇਗਾ, ਇਵੇਂ ਇਹ ਦੇਹ ਦੇ ਉੱਪਰ ਜਦ ਕਾਲ ਦੀ ਬੂੰਦ ਪੈਂਦੀ ਹੈ ਗਲ ਜਾਂਦਾ ਹੈ। ਇਸੇ ਪ੍ਰਕਾਰ ਗੁਰਬਾਣੀ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਵੇਂ ਕੱਚਾ ਭਾਂਡਾ ਟੁੱਟ ਜਾਂਦਾ ਹੈ ਜਿਉਂ ਹੀ ਹੱਥੋਂ ਛੁੜਕਦਾ ਹੈ, ਇਸੇ ਪ੍ਰਕਾਰ ਇਹ ਕਾਚੀ ਦੇਹ ਵੀ ਵਿਨਸ ਜਾਂਦੀ ਹੈ। ਜਿਵੇਂ ਤੇਲ ਸਮਾਪਤ ਹੋਣ ਦੇ ਨਾਲ ਜੀਵਨ ਦੀ ਲਾਟ ਬੁਝ ਜਾਂਦੀ ਹੈ, ਉਵੇਂ ਸਵਾਸਾਂ ਦਾ ਤੇਲ ਬੁਝਣ ਦੇ ਨਾਲ, ਖਤਮ ਹੋਣ ਦੇ ਨਾਲ ਇਹ ਜੀਵਨ ਦੀ ਲਾਟ ਵੀ ਬੁਝ ਜਾਂਦੀ ਹੈ। ਇਵੇਂ ਬੜੇ ਪ੍ਰਮਾਣ ਦੇ ਕੇ ਸਾਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਦੇਹ ਬਾਰੇ ਸਮਝਾਇਆ ਕਿ ਦੇਹ ਕਿਵੇਂ ਦੀ ਹੈ। ਤਾਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ, ਕਾਚ ਕੋਟੰ। ਦੁਨੀਆ ਦੇ ਵਿੱਚ ਇੱਕ ਅਸੀਂ ਘਰ ਦੀਆਂ ਵਸਤਾਂ ਦੇ ਤੌਰ 'ਤੇ ਕੱਚ ਦੇ ਪਦਾਰਥ ਵਰਤਦੇ ਹਾਂ। ਉਹਨਾਂ ਨੂੰ ਖਰੀਦਣ ਤੋਂ ਬਾਅਦ ਉਹਨਾਂ ਦੀ ਜਿਤਨੀ ਸੰਭਾਲ ਗਈ, ਜਿਤਨੀ ਇਹਤਿਆਤੀ ਦੇ ਨਾਲ ਉਹਨਾਂ ਨੂੰ ਵਰਤਿਆ ਜਾਵੇ, ਉਤਨਾ ਲੰਮਾ ਸਮਾਂ ਚੱਲ ਜਾਂਦੇ ਨੇ। ਪਰ ਸੰਭਾਲ ਦੇ ਨਾਲ ਨਾਲ ਇੱਕ ਇਹ ਵੀ ਖਤਰਾ ਪੱਕੇ ਤੌਰ 'ਤੇ ਉਹਨਾਂ ਦੇ ਨਾਲ ਜੁੜਿਆ ਹੁੰਦਾ ਹੈ ਕਿ ਜਦੋਂ ਹੀ ਕੱਚ ਦਾ ਪਦਾਰਥ ਹੱਥੋਂ ਛੁਟਕਿਆ, ਇਸ ਨੂੰ ਚੂਰ ਚੂਰ ਹੋਣ ਤੋਂ, ਟੁਕੜੇ ਟੁਕੜੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਕਾਚ ਕੋਟੰ। ਅਸੀਂ ਜੀਵਨ ਦੀ ਜਿਤਨੀ ਵੀ ਆਰਜਾ ਅਕਾਲ ਪੁਰਖ ਵੱਲੋਂ ਸਾਨੂੰ ਮਿਲਦੀ ਹੈ। ਅਸੀਂ ਸਮਝਦੇ ਹਾਂ ਇੱਕ ਸਮਾਂ ਜਾ ਕੇ ਮਨੁੱਖ ਦੇ ਅੰਦਰ ਇਹ ਭਰਮ ਪੈਦਾ ਹੁੰਦਾ ਹੈ ਕਿ ਇਹ ਦੇਹ ਵਾਲਾ ਜੀਵਨ ਸਦੀਵੀ ਬਣਿਆ ਰਹੇ। ਕਿਤੇ ਨਾ ਕਿਤੇ ਜਾ ਕੇ ਹਰੇਕ ਮਨੁੱਖ ਦੇ ਅੰਦਰ, ਜਾਂ ਜਿਹੜੇ ਸਤਸੰਗੀ ਨੇ ਹੋ ਸਕਦਾ ਉਹਨਾਂ ਅੰਦਰ ਨਾ ਜਾਗੇ, ਪਰ ਕੋਈ ਨਾ ਕੋਈ ਜ਼ਿੰਦਗੀ 'ਚ ਖਿਆਲ ਮਾਤਰ ਤਾਂ ਇਹ ਆ ਜਾਂਦਾ ਹੈ ਕਿ ਇਹ ਜਿਹੜਾ ਜੀਵਨ ਬਣਿਆ ਹੋਇਆ, ਦੇਹ ਬਣੀ ਹੋਈ ਹੈ, ਦੇਹ ਦਾ ਆਕਾਰ ਬਣਿਆ ਹੋਇਆ ਹੈ, ਇਹ ਕਿਤੇ ਕਾਫੀ ਲੰਮਾ ਸਮਾਂ ਚੱਲ ਜਾਏ, ਜਾਂ ਜਿਤਨਾ ਚਿਰ ਮੈਂ ਖੁਦ ਚਾਹੁੰਦਾ ਉਹਨਾਂ ਚਿਰ ਚੱਲ ਜਾਵੇ, ਤਾਂ ਗੱਲ ਵਧੀਆ ਲੱਗਦੀ, ਤਾਂ ਜੀਵਨ ਜਿਉਣ ਦਾ ਆਨੰਦ ਹੈ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਕਾਚ ਕੋਟੰ। ਤੇਰਾ ਸਰੀਰ ਰੂਪੀ ਕਿਲਾ ਹੈ ਜਿਹੜਾ, ਇਹ ਕੱਚ ਵਰਗਾ ਹੈ। ਰਚੰਤ ਤੋਯੰ, ਇਵੇਂ ਦਾ ਮਾਲਕ ਨੇ ਤੇਰੇ ਸਰੀਰ ਦਾ ਕੱਚ ਰੂਪ ਕਿਲਾ ਰਚਿਆ ਹੋਇਆ ਹੈ। ਲੇਪਨੰ ਰਕਤ ਚਰਮਣ ਹੈ, ਅਤੇ ਇਹਦੇ ਉੱਪਰ ਚਮੜੀ ਦੇ ਆਦਿਕ ਦਾ ਲੇਪ ਕਰਕੇ ਇਸ ਨੂੰ ਸਵਾਰਿਆ ਹੋਇਆ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੁਆਰਾ ਅਸੀਂ ਵਾਕ ਪੜ੍ਹਦੇ ਹਾਂ। ਗੁਰਬਾਣੀ 'ਚ ਵਾਕ ਹੈ ਭਗਤ ਸਾਹਿਬਾਨਾਂ ਦੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਹੁਣ ਕਈ ਵਾਰੀ ਕੋਈ ਮਨੁੱਖ ਆਪਣੀ ਸਾਫ਼ ਚਮੜੀ ਦਾ ਗੁਮਾਨ ਕਰਦੇ ਨੇ, ਤਾਂ ਸਤਿਗੁਰੂ ਸਾਹਿਬ ਜੀ ਸਾਨੂੰ ਜਾਂ ਉਹਦੀ ਅਸਲੀਅਤ ਸਮਝਣੀ ਹੋਵੇ, ਜਦ ਹੀ ਕਿਤੇ ਚਮੜੀ 'ਤੇ ਕੋਈ ਜ਼ਖਮ ਆ ਜਾਏ, ਹੇਠਾਂ ਤੋਂ ਇਹੋ ਜਿਹੀ ਮਿੱਝ ਨਿਕਲਦੀ, ਇਸ ਤਰ੍ਹਾਂ ਦਾ ਖੂਨ, ਇਸ ਤਰ੍ਹਾਂ ਦਾ ਆਦਿਕ ਪਦਾਰਥ ਆਦਿਕ ਨਿਕਲਦਾ ਹੈ ਕਿ ਮਨੁੱਖ ਨੂੰ ਆਪਣੇ ਜ਼ਖਮ ਤੋਂ ਆਪ ਹੀ ਘ੍ਰਿਣਾ ਆਉਣ ਲੱਗ ਪੈਂਦੀ ਹੈ। ਇਹਦਾ ਭਾਵ ਇਹ ਵੀ ਸਮਝਣ ਵਿੱਚ ਆਉਂਦਾ ਹੈ ਕਿ ਜਿਹੜਾ ਬਾਹਰੀ ਰੂਪ ਵਿੱਚ ਅਸੀਂ ਆਪਣੇ ਸੁੰਦਰ ਹੋਣ ਦਾ ਭਰਮ ਜਾਂ ਹੰਕਾਰ ਆਦਿ ਕਰਦੇ ਹਾਂ, ਦਰਅਸਲ ਇਹਦੇ ਮਗਰ ਮਾਲਕ ਨੇ ਸਰੀਰ ਦੇ ਵਿੱਚ ਜਿਹੜੀ ਸਾਰੀ ਗੰਦਗੀ ਜਾਂ ਆਦਿਕ ਵਿਆਪਤ ਹੈ, ਉਹਨੂੰ ਢੱਕ ਕੇ ਸਾਨੂੰ ਇਸ ਜੀਵਨ ਨੂੰ ਸੰਭਾਲਣ ਯੋਗ ਦਿੱਤਾ ਹੋਇਆ। ਸਰੀਰ 'ਤੇ ਕੋਈ ਫੁੰਸੀ ਆਦਿਕ ਹੋ ਜਾਵੇ ਨਾ, ਉਹਦੇ ਵਿੱਚੋਂ ਜਿਹੜੀ ਮਵਾਦ ਆਦਿਕ ਨਿਕਲਦੀ ਹੈ, ਤਾਂ ਬੰਦਾ ਕਈ ਵਾਰੀ ਛਟਪਟਾਉਣ ਲੱਗ ਪੈਂਦਾ ਕਿ ਇਹ ਕਿੱਥੋਂ ਨਿਕਲ ਰਹੀ ਹੈ। ਪਰ ਸੱਚ ਇਹ ਵੇ ਹੈ ਕਿ ਜੀਵਨ ਦੇ ਸਾਰੀ ਦੇਹ ਦੇ ਵਿੱਚ ਇਸ ਤਰ੍ਹਾਂ ਦੀ ਮਿੱਝ ਵਿਆਪਤ ਹੈ। ਇਹਦਾ ਭਾਵ ਇਹ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ, ਲੇਪਨੰ ਰਕਤ ਚਰਮਣ ਹੈ, ਜਲ ਕੀ ਭੀਤ ਪਵਨ ਕਾ ਥੰਬਾ। ਜਲ ਦੀ ਕੰਧ ਉਸਾਰੀ ਗਈ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਪਵਨ ਦਾ ਇਹਨੂੰ ਆਧਾਰ ਦਿੱਤਾ ਗਿਆ ਹੈ। ਰਕਤ ਬੁੰਦ ਕਾ ਗਾਰਾ, ਅਤੇ ਜਿਹੜੀ ਮਾਸ ਹੈ, ਮਿੱਝ ਹੈ, ਇਸ ਗਾਰੇ ਦੇ ਨਾਲ ਇੱਕ ਦੇਹ ਇਹ ਜਿਹੜੀ ਕੰਧ ਉਸਾਰੀ ਗਈ ਹੈ। ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਅਤੇ ਇਸ ਸਰੀਰ ਰੂਪ ਪਲ ਆਲਣੇ ਦੇ ਵਿੱਚ ਜਿਹੜਾ ਆਲਣਾ ਹੱਡੀਆਂ ਅਤੇ ਨਾੜੀਆਂ ਦਾ ਬਣਿਆ ਹੋਇਆ, ਤਾਂ ਭਗਤ ਸਾਹਿਬਾਨ ਜੀ ਆਖਦੇ ਨੇ, ਪੰਖੀ ਬਸੈ ਵਿਚਾਰਾ। ਇਹ ਜਿਹੜਾ ਆਤਮਾ ਰੂਪ ਪੰਖੀ ਹੈ, ਇਸ ਆਲਣੇ ਦੇ ਉੱਪਰ ਰਹਿ ਰਿਹਾ ਹੈ। ਅਤੇ ਅੱਗੇ ਭਗਤ ਸਾਹਿਬਾਨ ਜੀ ਨੇ ਸਾਨੂੰ ਸੁਚੇਤ ਕੀਤਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ।
कि हुण उदाहरण के तौर पर गुरु साहब जी इस वाक द्वारा सानू बख्शिश कर रहे हैं, काच कोटंग। असी बाज़ार दे विच जाइए, कोई वस्तु खरीदीए तो बाकायदा उसकी एक्सपायरी डेट देखते हैं, किते लंघ तो नहीं गई, किते नेड़े तो नहीं लंघण वाली उहदी। जां जीवन दे विच कोई वस्तु खरीदीए, गारंटी वारंटी बाकायदा असी उस खरीददार दे कोलों, दुकानदार दे कोलों पुछदे हाँ। पर सतगुरु साहब जी कहते दुनिया दे विच हरेक पदार्थ खरीदण की अवधि पुछदा है, कदे अपनी देह की अवधि नूं भी जाणिया ये तो इतनी कच्ची है। गुरबाणी सतगुरु साहब जी का वाक है, कहा बिसासा इस भांडे का इतन को लागै ठन का। बस पता नहीं कदों के देह बिनस जावे। तो गुरु साहब जी कहते काच कोटंग। हुण ये कच्ची किस प्रकार है? कच्ची इस प्रकार है, हुण जिवें उदाहरण के तौर पर असी कोई सख्त वस्तां अपने घरां दे विच वरतदे हाँ, तो वो जिवें दियां 20 साल पहलां हुंदियां ने उवें दियां 20 साल बाद हुंदियां ने। जिवें लोहे का कोई बहुत मजबूत बर्तन होवे तो वो पता नहीं किन्नियां पीढ़ियां तक कोई बर्तन वरती जांदे, उहदे विच कोई खास फर्क नहीं आउंदा। हुण ये कच्ची किवें है? जदों इहदा आरंभ होया, जदों साडा जीवन देह बणी है, उदों बड़ी नरम है, बड़ी मुलायम है। हैरानगी की गल तो मैं कई बारी नव जम्मे बच्चे के सिर नूं छो के देखियो, उहदा तालू है जिवें पानी हुंदा, बिल्कुल ऐ महसूस हुंदा है। गुरु साहब जी कहते काची जदों उपजी सी, बिल्कुल काची सी, इतनी नरम मुलायम, मतलब कि रूह वर्गी भासदी सी। हौली हौली इस देह का विकास हुंदा गया तो ये कच्ची देह बिनस, मतलब अपने रूपां नूं बिनसदी गई। पहलां जिहड़ा इहदा रूप सी, जिहड़ा कुदरती जदों आरंभ होया उदों मुलायम सी, बड़ा नरम सी। हौली हौली हड्डां पैरां दा विकसित होए, ये सख्त हो गए, इन्हां विच पूरा बल आ गया। पर इतना अगे जाके जदों जीवन के अंत तक आई तो ये देह दे हाड़ मास नाड़ी सारियां दी रचना आपो अपने दे विच वख हो गई। तो ये काची देह दा आखिरी रूप बच गया कि चमड़ी ने सारा शरीर की खिच छड़ दिती, प्राणा की गति भी मध्यम पै गई। तो आखिर फिर की होया कि इस देह का कोई प्रयोग ना बच गया। तो जदों ये देह तो आत्मा रूप पंखी रुखसत होया तो फिर इसनूं जलाउणा, वहाउणा जां दब देना ही उचित समझिया गया। इस करके गुरु साहब जी फरमाउंदे हन काच कोटंग। ये शरीर रूपी किला कच दे वर्गा है। हुण कच दा मकान होवे ते भावें वो 100 साल तक खड़ा रहे, पर जिद्दन किते पत्थरां दी बारिश होई उहदा वजूद नहीं रहेगा। इसे प्रकार गुरु साहब जी कहते काच कोटंग रचंत त्वयं हित हे जीव। तेरा शरीर कच दी न्याई मालक ने रचिया होया है और लेप नंग रकत चरमणम। आज असी कई बारी बाहरी तौर पर गंदगी तो घृणा करते हाँ, जां सानू ठीक नहीं लगता कोई बाहर थोड़ा जिहा कूड़ा कटक आदਿਕ भी पसरिया होवे, पर जदे गौह दे नाल वाचीए साडियां जिहड़ियां असी रोज़ाना अपनी मल प्रक्रियावां नूं अंजाम दिंदे हाँ जां पूरियां करदे हाँ, वो भी तो साडे शरीर तो उपजदियां ने। इहदा मतलब ये है कि शरीर अद्धे पचद्धे रूप दे विच गंदगी दा घर ही है। इस करके सानू गुरु साहब जी कहते लेपनंग रकत चरमण। जरा विचारीए कि जो साडे शरीर अंदर मास मेजा जां जो भी भोजन करके मल प्रक्रियावां पचण तो बाद बनदियां ने, जे साडी चमड़ी दा उपर पड़दा ना होवे तां सानू किहो जिहा प्रतीत होवे, किवें दी साडी प्रतीत रह जावे। इस करके एक पेंडू वातावरण दे विच ना एक गल कही जाती है, मैनूं गल बड़ी सार्थक लगती है। कहंदे जे बंदा बंदगी करे तां बंदा, नहीं तो ये बहुत निकम्मी चीज़ है जे मतलब बंदगी दे रैलम विच नहीं जिउंदा। तो गुरु साहब जी इसे प्रकार कहंदे लेपनंग रकत चरमण है। तेरे उपर चमड़ी दा जिहड़ा पड़दा सिउं के मालक ने इस सारी गंदगी नूं ढक के, इस सारे मास मिज नूं ढक के ते उपर चमड़ी दे उपर थोड़ी स्वच्छता बख्श के तेरी देह दे इस स्वरूप नूं बनाया। पर ये जान ये काची है। हुण भगत कबीर साहब जी दे श्लोक पढ़ीए, उस दे विच जिक्र आउंदा है कबीर गर्भ ना कीजिए ऊँचा देख आवास, आद काल पोए लेटना ऊपर जामै घास। जे देह दे विच तंदुरुस्ती चल रही है, जीवन की लंबी आजू प्राप्त हो गई है, तो मता ये जान के ये देह सदैव बनी रहेगी। कोई पता नहीं चंगी भली तंदुरुस्त शरीर भी
कदों काल दी चोट दे नाल बिनस जावे ते इनू अज कल ही घाह दे उपर लेटना पवे। अगे भगत कबीर साहब जी फरमाउंदे, कबीर गर्भ ना कीजिए देही देख सुरंग, आद काल तज जाहोगे ज्यों कांचुरी कोई अंग। कहते मता जाणो कि ये इतनी आरजू बतीत कर गया तो शायद होर भी 25 साल कर जाएगा। कहते ये तो एक सैकंड की मार है। ये कच्ची देह नूं बिनसदियां भाव कि जिवें कच दा भांडा छुड़कदियां उस नूं टुੱਟਣ तो कोई नहीं बचा सकता, काल दी जरा जिन्नी चोट लग्या ही इनू बिनसण तो कोई नहीं बचा सके। इस प्रकार भगत कबीर साहब जी फरमाउंदे ने, कबीर गर्भ ना कीजिए चाम लपेटे हाड़, है वो रूप छत्र धर ते फुन धरनी गाड़। मता इस गल का गुमान करके मेरी देह बड़ी कंचन वर्गी है। भगत कबीर साहब जी कहते हड्डियां के उपर चम लपेटिया होया है, तो जदों ही आ है वो रूप छत्र तर, ये जितना चिर देह का अभ्यास चलिया जाता है उतना चिर ही चंगी है। जदों बिनस जाएगी फिर इस देह दे, हुण देखो मुर्दा जदों जीव रुखसत हो जाता इस संसार तो, आत्मा रूप पंखी शरीर रूप पालने तो उडारी मार जाता है, तो मरे हुए आदमी के शरीर की संभाल दे लई मैडिकल तौर पर कितने यतन करने पैंदे ने, तो बहुत जल्दी यतन करना पैंदा है कि इस दी देह नूं किसी ना किसी तरीके नाल खत्म कर दी, नहीं तो ये अंदर इन्नियां प्रक्रियावां चल जाणगियां, इन्नी बदबूदार हो जाएगी, ये नेड़े बैठना भी असंभव हो जाएगा। इसदा मतलब है किड्डी वड्डी नियामत है कि सब तो पहला मालक ने साडे अंदर आत्म जोत टकाई। मैं जद कदे भी अमृत वेले बाणी पढ़दा तो मैनू एक पंग जब पाठ की पौड़ी जिहड़ी बहुत वारी मतलब अगे जाण तो मुश्किल पैदा करती है, वो है ये शरीरा मेरिया हर तुम मैं जोत रखी। तां कि ये चार तत्त बन गए, तां कि ये लम्मा कद हो गया, देह बड़ी तंदुरुस्त हो गई। ये तो है मिट्टी वर्गी, जे मालक ये अंदर अपनी जोत ना रखे तो ये तड़क नहीं सकती। हुण उही जोत जदों रुखसत हो जाती है देह दे विचों तां की है, सब तो पहलां तो उहदे तो भै आउण लग पैंदा, फिर उहदे कोई नेड़े नहीं जाना समझदा, फिर इन्ना उहनूं अर्थहीन समझा जाता कि जलाउण वहाउण दब्बण तो इलावा उहदा कोई चारा ही नहीं रह जाता। इसे करके गुरबाणी च सानूं एक नुकते तो इउं भी सुचेत कीता है, नरू मरै नर काम न आवै, पशु मरै दस काज सवारै, अपने कर्म की गत मैं क्या जानो, मैं क्या जानो बाबा रे। पशुओं नूं असीं देखदे हां हड्डां दा भी प्रयोग है, तो इसे प्रकार उहदे होर जो मल प्रक्रिया भी पशु करदा उहदे गोहे का भी प्रयोग है, दुध तो अनेकां वस्तां का प्रयोग है, उहदे चमड़े का भी प्रयोग है। मतलब पशु मरण तो बाद भी अनेकां नियामतां संसार नूं दे जांदा है, पर मनुख है मरण तो बाद भी खपत करता है, भाव किन्ना बालन जे पानी विच वहावे तां किन्ना किन्ना कुछ खपत करता है। इहदा मतलब ये देह कितनी खर्चवान है, कितनी खपतकार सुभाव वाली है। तो गुरु साहब जी कहते लेपनंग रखत चरमण है, तो ये उपर चमड़ी आदक का कपड़ा कस के मालक ने इसनूं जिउण जोग बनाया हुआ। तो गुरु साहब जी इस प्रकार कहते ये शरीरा मेरिया हर तुम मैं जोत रखी। इस गल नूं हुण असीं कई वारी कहने गुर शब्द विचार। हुण गुर शब्द विचार की हुंदी है? आनंद साहब दी ये पाणी पढ़ रहे हो, 2 मिनट रोक के साइलेंस हो के विचार लो कि ये जोत किहड़ी है, जिहदे फिर वो जोत का पता लग जाएगा कि मरण तो बाद भी तो अखां रहिंदियां ने पर बंदा उहदे नाल देख नहीं सकता, मरण तो बाद भी तो कन्न रहिंदे ने पर उहदे नाल बंदा सुन नहीं सकता, मरण तो बाद भी ये चमड़ी रहिंदी है पर चमड़ी नूं कोई वड्डिया होया कट्टिया वड्डिया महसूस नहीं हुंदा, कोई शो नहीं इहदे विच बाकी रहिंदी, मरण तो बाद भी दिल रहिंदा पर वो धड़कदा नहीं है। फिर इहदा मतलब वो अंतिम जोत है, परम जोत है, जिहदे करके कन्न सुन सकते ने, अख देख सकती है, चमड़ी स्पर्श महसूस कर सकती है, जुबान किसी स्वाद नूं चख सकती है। तो यही वो परम जोत है जिहदे करके सारी शरीर रूप मिट्टी चलण जोगी होई है। तो गुरु साहब जी फरमाउंदे हन इस प्रकार ये शरीरा मेरिया हर तुम मैं जोत रखी ता तू जग में आया। ये नहीं कि तेरा कल्ला शरीर बन गया तो तू जगत च आ गया, तेरा 4 तत्तां दा शरीर बनया, 5वां तत्त उस मालक ने टकाया, फिर तेरा जन्म बनया। गुरबाणी च वाक है पंच तत्त कर तुद सृष्ट सब साजी, कोई सेवा करे हो जे किश कीता होवै। या गुरबाणी च वाक है जब अपनी जोत खिंचे तू स्वामी,
तब कोई करो दिखा वखियाना। जदों तू अपनी जोत खिच लवें फिर भला संसार का कोई बंदा एक बोल भी कह के दिखलावे सा। तो इस करके गुरु साहब जी सानू साडी देह की निरार्थकता समझा रहे हैं कि इन्नी कच्ची है तो कच्ची चीज़ का कदी माण नहीं किया जाता। हुण उदाहरण के तौर पर अज का समा है, कितने क मनुख ने अपने घरां 'च मिट्टी के भांडे वरतते हैं। जे वरतते हैं तो कोई छोटा एक अद्धा रखा होएगा। क्यों नहीं रखते? क्योंकि कच्चे ने। स्टील होर लोहे आदਿਕ ਦੇ ने, एलूमीनीयम ਦੇ ने, भावें सैकड़े वारी डिग पैण नहीं टुटणगे। मिट्टी का बर्तन एक वारी डिग पिया टुट जाएगा। इसदा मतलब कच्ची चीज़ असी पास नहीं रखते, जां कच्ची चीज़ नूं असी चंगा नहीं समझते, जां कच्ची चीज़ की पूरी कदर नहीं करते। तो जे ये देह कच्ची है फिर इहदा हर्ष माण मद किस नुकते तो करना। गुरु साहब जी सानू ये सुचेत कर रहे हैं। गुरबाणी च वाक है, बंके बाल पाग सिर डेरी, ये तन होए गो भस्म की ढेरी। मैनू अपने किसी निकटवर्ती का ख्याल याद आ गया। किसी जगह शमशान घाट दे विच अंतिम क्रियावां नूं अंजाम दे रहे सन। वो बहुत नेड़े हो के देख रहा सी, बहुत ज़्यादा नेड़े हो के देख रहा सी। तां मैं उसनूं जदों हेठ देख हटिया, मैं कहा इतना ज़्यादा सेक है, इतना नेड़े होया, कोई तैनूं महसूस नहीं हुंदा? कहंदा महसूस तो हुंदा सी, पर मैं इस गल के अनुभव विच जा रहा सी कि बाहर थोड़ी जी गर्मी वध जाए तो असी हाल पारिया मचा दिन्ने आ, इत्थे इतना सेक है, जरा जिन्नी भी हरकत नहीं है। तो कहंदा मैं वो जिहड़ा कतरा कतरा सड़ रहा उन्होंने देख रहा सी कि सो तन जलै काठ कै संगा। कि अज मैं इहदी इतनी संभाल करदा हाँ, शरीर की संभाल करदा हाँ, असल संभाल तो आत्मजोत की करन वाली है कि जदों ये रुखसत हो गई फिर यदी बात किस ने पुछनी। कहंदा मैं इस अनुभव दे विच जाण दे लई देख रहा सी। पर वर्तमान मनुख माया के बिस्माद विच इन्ना मतलब सौ गया है, कोई बहुता फर्क नहीं पैंदा बंदे नूं। शमशान घाट दे विच भी हासा ठट्ठा चलदा, बड़ा वधिया चलदा। पश्चिम ने तो ये पैटर्न ही बना लिया। हुण पश्चिम दे विच विदेशां दे विच इवें होण लग पिया कि मुर्दा जब मरदा है तो रोना गलत गल है, रोना नूं वो घट मतलब समझते हैं कि बुरी गल है। तो उन्होंने की किया कि उहदे ते जश्न किया जाए। मैनूं किसी समय पढ़न तो पता लगा कि जिवें उधर बंदा मर जाता इंग्लैंड वाले चलन लग पिया, वो बाकायदा केक वगैरह मंगाउंदे ने, कट्टदे ने, विस्की आदਿਕ चलदी, जश्न मनाउंदे ने। क्यों कर रहे हैं? हुण उहदा भी एक साइकी का नुक्स है कि जिहड़ी मौत की सीरीयसनैस उहनूं पार नहीं कर सकते, उन्होंने अपनी देह के उपर उतार के उन्होंने चल नहीं सकते। इन्नी सीरीयसनैस दे विच जाना किसी विरले बंदे का काम है। तो गुरु साहब जी कहते लेपनंग रक्त चरमण नवंत द्वारंग भीत रहतंग बाए रूपंग अस्थमन। मंगलाचरण च आप जी ने शब्द श्रवण किया। बाबा फरीद साहब जी की आखते ने गंढेंदियां छे माह तुड़ंदियां हिक गनू। मनुखी शरीर 6 महीने घट्टो घट्ट लगते हैं पूरी तरह बन लग्या, पर टुटन लग्या बस एक सुआस बाहर एक अंदर रह गया तो यह देह का भांडा बिनस गया। तो गुरु साहब जी फरमाउंदे हन इहदा मतलब कितना कच्चा है साडा जीवन। मैनूं व्यंगात्मक गल याद आ गई। किसी बंदे ने कोई बाजार च वस्तु खरीदने गारंटी पुछ लई, तो वह दुकानदार कहन लगा गारंटी तो मैं तैनूं 10 साल की भी दे दियाँ, पहला तू अपनी दस तेरी किन्ने चिर दी है। हम आदमी हाँ एक दमी मोहलत मोहत ना जाना। गल ये है कि असी सारी जिंदगी भरम विच जिउंदे हां। भरम का मतलब कच्ची चीज़ नूं पक्की समझ लैंदे हाँ, जिहड़ी चीज़ हर पल बिनस रही है उन्होंने हर पल सदीव मन रहे। गुरु तेग बहादुर साहब जी फरमाउंदे हन साधो रचना राम बनाई एक बिनसै एक अस्थिर मन है अचरज लख्यो ना जाई। खुद अपने संगी नूं मरकट घाट तक छड्ड के आ गए ने ते खुद दावा कर रहे हैं कि उस ही मरकट घाट दे विच खलो के कह रहे हैं तू कुछ महीने रुक मैं तैनूं मिलण आवांगा, जबकि जानदा नहीं कि जीवन की औध कित्थे समाप्त हो जानी है। इस करके गुरु साहब जी कहते नवंत द्वारंग भीत रहतंग बाए रूपंग अस्थंभन। इस शरीर के 9 दरवाजे रचे ने जिन्हां ने दे नाल संसार का संबंध संपर्क बनता है। कहते इसनूं आधार काहदा दिता होया है? बाए बाए का भाव हवा। इस हवा रूप थंमले का इस शरीर नूं आसरा दिता है। जदों ही प्राण बिनसदे हन, उदाहरण के तौर पर कई बारी ना जिहड़ा रेत आदਿਕ का थंब खड़ा किया होवे तो वह किणका किणका करके गिरदा है। मतलब कई बारी इस तरह का हुंदा है
ਇਵੇਂ ਸਵਾਸਾਂ ਦਾ ਥੰਮ ਖੜਾ ਕੀਤਾ ਹੈ। ਇੱਕ ਇੱਕ ਸਵਾਸ ਜਿਵੇਂ ਜਿਵੇਂ ਘਟਦਾ ਜਾਂਦਾ ਹੈ, ਉਵੇਂ ਉਵੇਂ ਜੀਵਨ ਦਾ ਜਿਹੜਾ ਇਹ ਮਕਾਨ ਹੈ ਇਹ ਗਿਰਦਾ ਜਾਂਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭ ਨਹ। ਅਤੇ ਹਵਾ ਦਾ ਥੰਭ ਦੇ ਕੇ ਇਸ ਮਾਲਕ ਨੇ ਉਸ ਨੂੰ ਟਿਕਾਇਆ ਹੋਇਆ ਹੈ। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ। ਹੁਣ ਗੁਰੂ ਸਾਹਿਬ ਜੀ ਨੇ ਪਿਛਲੀ ਪੰਕਤੀ ਫਰਮਾਇਆ ਕਿ ਨਵੰਤ ਦੁਆਰੰ ਭੀਤ ਰਹਿਤੰ, 9 ਦਰਵਾਜ਼ੇ ਰਚੇ ਨੇ ਪਰ ਭੀਤ ਰਹਿਤੰ, ਕੋਈ ਖਿੜਕੀ ਨਹੀਂ ਲਗਾਈ, ਕੋਈ ਦਰਵਾਜ਼ਾ ਨਹੀਂ ਲਗਾਇਆ, ਖੁੱਲ੍ਹੇ ਹਨ। ਅਤੇ ਸਾਰੀ ਜ਼ਿੰਦਗੀ ਇਹਨਾਂ ਦਾ ਜੀਵਨ ਦਾ ਵਰਤੋਂ ਵਿਹਾਰ ਚੱਲਦਾ ਹੈ। ਅਤੇ ਅੱਗੇ ਫਰਮਾਉਂਦੇ ਹਨ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ। ਕਹਿੰਦੇ ਸੂਫੀ ਫਕੀਰ ਇੱਕ ਕੋਈ ਬੈਠਾ ਸੀ, ਉਹਦਾ ਨੇੜੇ ਉਹਦਾ ਚੇਲਾ ਬੈਠਾ, ਕਹਿੰਦਾ ਮੈਨੂੰ ਕੋਈ ਉਪਦੇਸ਼ ਦਿਓ। ਤਾਂ ਸੂਫੀ ਫਕੀਰ ਕਹਿਣ ਲੱਗਾ, ਉਹਨੇ ਹੱਥ 'ਚ ਮਿੱਟੀ ਫੜੀ, ਕਹਿਣ ਲੱਗਾ ਇਹ ਕੀ ਹੈ? ਕਹਿੰਦਾ ਮਿੱਟੀ ਹੈ। ਬਾਅਦ 'ਚ ਉਹਨੇ ਜਲ ਫੜਿਆ, ਕਹਿੰਦਾ ਇਹ ਕੀ? ਕਹਿੰਦਾ ਜਲ ਹੈ। ਉਸ ਤੋਂ ਬਾਅਦ ਉਹਨੇ ਉਹ ਹੋਰ 2-3 ਤੱਤ ਆਦਿਕ ਪਕੜ ਕੇ ਕਹਿੰਦਾ ਇਹਨਾਂ 5 ਤੱਤਾਂ ਤੋਂ ਮਾਲਕ ਸਰੀਰ ਰਚਦਾ ਹੈ। ਹੈਰਾਨਗੀ ਦੀ ਗੱਲ ਹੈ, ਮਿੱਟੀ ਅਤੇ ਪਾਣੀ ਨੂੰ ਗੁੰਨਦਾ ਹੈ, ਉਹਦੇ ਵਿੱਚ ਥੋੜ੍ਹਾ ਬਹੁਤਾ ਰਕਤ ਦਾ ਮਿੱਝ ਮਾਸ ਦਾ ਗਾਰਾ ਰਲਾ ਦਿੰਦਾ ਹੈ, ਥੋੜ੍ਹੀਆਂ ਬਹੁਤੀਆਂ ਕਹਿੰਦਾ ਹੱਡੀਆਂ ਦੇ ਕਾਨੇ ਆਦਿਕ ਪਾ ਕੇ ਇੱਕ ਕਲਬੂਤ ਖੜਾ ਕਰ ਦਿੰਦਾ ਹੈ। ਅਤੇ ਹੈਰਾਨਗੀ ਦੀ ਗੱਲ, ਜੇ ਇਸ ਤਰ੍ਹਾਂ ਦਾ ਕਲਬੂਤ ਅਸੀਂ ਖੜਾ ਕਰੀਏ, ਉਹਨੂੰ ਮਿੱਟੀ ਦੇ ਨਾਲ ਮਿੱਝ ਦੇ ਨਾਲ ਗੁੰਨ ਕੇ ਉਹਦੇ ਵਿੱਚ ਕਾਨੇ ਕੂਨੇ ਪਾ ਕੇ ਕੋਈ ਬੁੱਤ ਬਣਾਈਏ, ਅਤੇ ਕਮਾਲ ਇਹ ਹੈ ਕਿ ਸਾਡਾ ਬੁੱਤ ਧੜਕੇਗਾ ਨਹੀਂ, ਉਹਨੂੰ ਦੁੱਖ ਦਰਦ ਲੋੜ ਤਕਲੀਫ ਕੁਝ ਮਹਿਸੂਸ ਨਹੀਂ ਹੋਏਗਾ। ਪਰ ਮਾਲਕ ਨੇ ਐਸਾ ਬੁੱਤ ਘੜਿਆ ਕਿ ਉਹਦਾ ਬੁੱਤ ਧੜਕਦਾ ਹੈਗਾ, ਮਿੱਟੀ ਦਾ ਹੈ ਪਰ ਧੜਕਦਾ। ਮਿੱਟੀ ਨੂੰ ਵੀ ਪਿਆਰ, ਕਰੁਣਾ, ਦੁੱਖ ਤਕਲੀਫ, ਪਿਆਰ ਸਭ ਕੁਝ ਮਹਿਸੂਸ ਹੁੰਦਾ। ਇਹਦਾ ਮਤਲਬ ਪਰਮੇਸ਼ਰ ਦੀ ਸਭ ਤੋਂ ਵੱਡੀ ਬਰਕਤ ਇਹ ਦੇਹ ਹੈ। ਵੇਖੋ, ਔਰ ਕੁਰਾਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਇਸ ਦੇਹ ਨੂੰ ਬਹੁਤ ਛੋਟੇ ਅਰਥਾਂ ਦੇ ਵਿੱਚ ਨਾ ਜਾਣੋ। ਦਰਅਸਲ ਇਸ ਦੇਹ ਨੂੰ ਮਾਲਕ ਨੇ ਰਚਿਆ ਹੀ ਇਸ ਕਰਕੇ ਕਿ ਇਹਦੇ ਅੰਦਰ ਆਪਣੀ ਆਤਮ ਜੋਤ ਟਿਕਾ ਕੇ ਮਨੁੱਖ ਨੂੰ ਆਪਣੇ ਪਰਮ ਰੂਪ ਦਾ ਭੇਦ ਦੇ ਸਕੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕੇ ਫਰਮਾਉਂਦੇ ਹਨ ਗੋਬਿੰਦ ਨਾਮੰ ਨਹਿ ਸਿਮਰੰਤ। ਹੁਣ ਗੋ ਦਾ ਭਾਵ ਬਿੰਦ, ਪ੍ਰਕਾਸ਼ ਸਰੂਪ ਜਿਹੜਾ ਸਾਡੇ ਅੰਦਰ ਹੈ। ਹੁਣ ਹੈ ਤਾਂ ਆਤਮਾ ਅਸਲ ਪ੍ਰਕਾਸ਼ਕ, ਪਰ ਗੁਰੂ ਸਾਹਿਬ ਜੀ ਕਹਿੰਦੇ ਨਹਿ ਸਿਮਰੰਤੰ, ਕਦੀ ਆਤਮ ਸਰੂਪ ਦਾ ਖਿਆਲ ਨਹੀਂ ਆਉਂਦਾ, ਹਮੇਸ਼ਾ ਸਰੀਰ ਦੀ ਸੰਭਾਲ ਹੈ। ਜਿਹੜੀ ਕਾਚੀ ਚੀਜ਼ ਆ ਉਹਦੀ ਕਿਤਨੀ ਕੁ ਸੰਭਾਲ, ਹਾਂ ਜਿਤਨੀ ਕੁ ਜ਼ਰੂਰਤ ਹੈ ਉਤਨਾ ਕੁ ਚੱਲਦੇ ਜਾਓ ਕਿ ਠੀਕ ਹੈ, ਜੀਵਨ ਦਾ ਵਿਵਹਾਰ ਥੋੜ੍ਹਾ ਸਿਲਸਿਲਾ ਚੱਲਦਾ ਜਾਏ, ਪਰ ਕੱਚੀ ਦੀ ਸੰਭਾਲ ਕਿਵੇਂ ਕਰਨੀ। ਇਸੇ ਪ੍ਰਕਾਰ ਕਹਿੰਦੇ ਕੋਈ ਮਰੀਜ਼ ਕਿਸੇ ਡਾਕਟਰ ਕੋਲੋਂ ਆਪਣੇ ਕਿਸੇ ਰੋਗ ਦੀ ਸਿਖਰਲੀ ਅਵਸਥਾ 'ਤੇ ਜਾ ਕੇ ਇਲਾਜ ਕਰਾਉਣ ਚਲਾ ਗਿਆ। ਡਾਕਟਰ ਕਹਿਣ ਲੱਗਾ ਕਿ ਤੁਹਾਡਾ ਰੋਗ 3-4 ਸਟੇਜ 'ਤੇ ਹੈ, ਹੁਣ ਮੈਂ ਇਲਾਜ ਨਹੀਂ ਕਰ ਸਕਦਾ। ਹੁਣ ਤਾਂ ਇਉਂ ਹੈ ਕਿ ਜਿਤਨਾ ਕੁ ਸਮਾਂ ਤੁਹਾਡੇ ਕੋਲ ਬਚਿਆ, ਜਿਹੜਾ ਕੰਮ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਕਰ ਸਕੇ ਉਹ ਕਰ ਲਓ। ਉਹ ਅੱਗੋਂ ਮਰੀਜ਼ ਕਹਿਣ ਲੱਗਾ, ਕਹਿੰਦਾ ਤੁਸੀਂ ਕਿਹਾ ਕਿ ਇੱਕ ਅੱਧਾ ਕੰਮ ਜਿਹੜਾ ਤੁਹਾਡੀ ਜ਼ਿੰਦਗੀ ਦਾ ਰਹਿ ਗਿਆ ਉਹ ਕਰ ਲਓ। ਕਹਿੰਦਾ ਡਾਕਟਰ ਸਾਹਿਬ ਮੇਰੀ ਜ਼ਿੰਦਗੀ ਦੇ ਕੰਮ ਹੀ ਇੰਨੇ ਪਏ ਨੇ, ਮੈਂ ਤਾਂ ਸੋਚਿਆ ਸੀ ਤੁਸੀਂ ਥੋੜ੍ਹਾ ਬਹੁਤਾ ਇਲਾਜ ਕਰਦੇ, 2-3 ਸਾਲ ਦਾ ਸਮਾਂ ਹੋਰ ਮਿਲ ਜਾਂਦਾ ਅਤੇ ਮੈਂ ਆਪਣੀ ਜ਼ਿੰਦਗੀ ਦੇ ਕੰਮ ਨਿਬੇੜ ਲੈਂਦਾ। ਉਹ ਡਾਕਟਰ ਕਹਿਣ ਲੱਗਾ ਜੇ ਤੇਰੀ ਰੋਗ ਦੀ 3ਜੀ ਅਵਸਥਾ 'ਤੇ ਆ ਕੇ ਵੀ ਤੇਰੇ ਕੰਮ ਨਹੀਂ ਨਿਪਟੇ ਤਾਂ ਫਿਰ ਸਮਝ ਲੈ ਤੇਰੇ ਕੰਮ ਹੁਣ ਅਧੂਰੇ ਹੀ ਰਹਿਣ ਵਾਲੇ ਨੇ, ਇਹ ਨਹੀਂ ਪੂਰੇ ਹੋਣਗੇ। ਇਸੇ ਪ੍ਰਕਾਰ ਸਾਨੂੰ ਗੁਰੂ ਸਾਹਿਬ ਜੀ ਫਰਮਾਉਂਦੇ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਤਰੰਗ। ਸਦੀਵੀ ਤੌਰ 'ਤੇ ਪ੍ਰਪੱਕ ਜਾਣਦਾ ਸ਼ਾਇਦ ਇਹ ਬਣੀ ਰਹਿਣੀ ਹੈ। ਬਹੁਤ ਵਾਰੀ ਭਰਮ ਬਣਦਾ ਹੈ, ਬੜੀ ਵਾਰੀ ਜਿਵੇਂ ਹੁਣ ਕਈ ਵਾਰੀ ਵਿਆਖਿਆ ਕਰੀਦੀ ਹੈ ਤਾਂ ਇਕੱਲੀ ਵਿਆਖਿਆ ਸੁਣਾਉਣ ਦਾ ਮਤਲਬ ਨਹੀਂ ਹੁੰਦਾ, ਖੁਦ ਆਪਣੇ ਆਪ 'ਤੇ ਵੀ ਕਈ ਵਾਰੀ ਭਾਰੂ ਹੋ ਜਾਂਦੀ ਹੈ। ਵਿਆਖਿਆ ਦਾ ਪ੍ਰਭਾਵ ਇੰਨਾ ਉਤਰ ਜਾਂਦਾ ਹੈ ਕਿ ਬੜੇ ਦਿਨ ਮਨ ਪਸ਼ੇਮਾਨੀ 'ਚ ਰਹਿੰਦਾ ਕਿ ਜੀਵਨ ਇੰਨਾ ਕੱਚਾ, ਇਸ ਕੱਚੇ ਜੀਵਨ ਦਾ ਕਿੰਨਾ ਅਸੀਂ ਮਾਣ ਚੁੱਕੀ ਫਿਰਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਿਆਨੀ ਜਾਨੰਤ ਅਸਥਿਰੰ, ਪਰ ਅਗਿਆਨੀ ਮਨੁੱਖ ਜਾਣਦਾ ਸਦੀਵ ਬਣੀ ਰਹੇਗੀ। ਦੁਰਲੱਭ ਦੇਹ ਉਦਰੰਤ ਸਾਧ ਸਰਣ ਨਾਨਕ, ਪਰ ਗੁਰੂ ਸਾਹਿਬ ਜੀ ਕਹਿੰਦੇ ਦੁਰਲੱਭ ਹੈ, ਬੜੀ ਮੁਸ਼ਕਿਲ ਦੇ ਨਾਲ ਮਿਲਦੀ ਹੈ। ਉਦਾਹਰਨ ਦੇ ਤੌਰ 'ਤੇ ਦੇਖੋ, ਜੇ ਸਰੀਰ ਦਾ ਕੋਈ ਅੰਗ ਅਧੂਰਾ ਰਹਿ ਜਾਏ, ਵਿਕਸਿਤ ਨਾ ਹੋਵੇ ਤਾਂ ਮਨੁੱਖ ਨੂੰ ਕਿਤਨੀ ਸਮੱਸਿਆ ਆਉਂਦੀ ਹੈ। ਪਰ ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਸਾਬਤ ਸਰੀਰ ਦਿੱਤਾ ਹੈ, ਤਾਂ ਇਹਦਾ ਮਤਲਬ ਉਹਦਾ ਕਿੰਨਾ ਧੰਨਵਾਦ ਕਰਨਾ ਬਣਦਾ। ਅੱਜ ਕਿਤੇ ਜਿਵੇਂ ਅੱਜ ਦੇ ਸਮੇਂ 'ਚ ਅੰਗ ਆਦਿਕ ਬਦਲਾਏ ਜਾਂਦੇ ਨੇ ਤਾਂ ਪਤਾ ਲੱਗਦਾ ਬਦਲਾਉਣ ਵਾਲਿਆਂ ਤੋਂ ਕਿ ਲੱਖਾਂ ਦੀ ਕੀਮਤ ਹੈ, ਅਤੇ ਉਸ ਤੋਂ ਬਾਅਦ ਵੀ ਪੂਰੀ ਤਰ੍ਹਾਂ ਉਵੇਂ ਨਹੀਂ ਗੱਲ ਬਣਦੀ ਜਿਵੇਂ ਦਾ ਕੁਦਰਤੀ ਸਰੀਰ ਮਿਲਦਾ। ਇਹਦਾ ਮਤਲਬ ਇਹ ਕਿਤਨੀ ਕੀਮਤੀ ਦੇਹ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਰਲੱਭ ਦੇਹ ਉਦਰੰਤ
ਸਾਧ ਸਰਣ ਨਾਨਕ। ਜੇ ਤੇਰੇ ਜੀਵਨ 'ਚ ਇਹਦੀ ਸਾਧਨਾ ਪੈਦਾ ਹੋ ਜਾਵੇ, ਇਸ ਦੇਹ ਨੂੰ ਪਵਿੱਤਰ ਕਰਨ ਦਾ ਕਰਮ ਬਣ ਆਵੇ, ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਉਹਦੇ ਲਈ ਸਾਧ ਸਰਣ। ਉਹਨਾਂ ਪੁਰਖਾਂ ਦੀ ਸੰਗਤ ਵਿੱਚ ਜਾ ਜਿਨ੍ਹਾਂ ਨੇ ਆਪਣੀ ਦੇਹ ਦਾ ਅਭਿਮਾਨ ਛੱਡ ਕੇ ਦੇਹ ਨੂੰ ਸੇਵਾ ਸਿਮਰਨ ਦੇ ਕਰਮ ਵਿੱਚ ਲਗਾ ਕੇ, ਪਰਉਪਕਾਰ ਦੇ ਕਾਰਜ ਵਿੱਚ ਲਗਾ ਕੇ, ਆਪਣੀ ਇਸ ਮਾਸ ਰੂਪੀ 3 ਇੰਚ ਦੀ ਰਸਨਾ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਲਗਾ ਕੇ ਸਫਲ ਬਣਾਇਆ ਹੈ। ਹਰ 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 ਹਰੇ ਜਪੰਤ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰ ਹਰ, ਭਾਵ ਕਿ ਸਦੀਵੀ ਰੂਪ ਦੇ ਵਿੱਚ 5 ਵਾਰੀ ਗੁਰੂ ਸਾਹਿਬ ਜੀ ਨੇ ਹਰ ਹਰ ਸ਼ਬਦ ਲਿਖਿਆ, ਭਾਵ ਕਿ 5 ਤੱਤਾਂ ਕਰਕੇ ਦੇਹ ਬਣਦੀ ਹੈ। ਇਹ 5 ਤੱਤ ਕਰਕੇ ਦੇਹ ਸਫਲ ਹੋ ਜਾਵੇ ਅਤੇ ਇਹ 5 ਤੱਤਾਂ ਦਾ ਸਮਨਵੈ ਆਤਮ ਰੂਪ ਪ੍ਰਕਾਸ਼ ਦੇ ਵਿੱਚ ਹੋ ਜਾਵੇ। ਇਸ ਕਰਕੇ ਸਦੀ ਹਰ ਪਰਮੇਸ਼ਰ ਦੀ ਆਰਾਧਨਾ ਕਰ, ਹਰੇ ਜਪੰਤ, ਕਿਉਂਕਿ ਉਹਦੀ ਯਾਦ ਦੇ ਨਾਲ ਜਿਹੜਾ ਤੈਨੂੰ ਜੀਵਨ ਮਿਲਣਾ ਹੈ ਉਹ ਇਸ ਦੇਹ ਦੇ ਜੀਵਨ ਤੋਂ ਵੀ ਉਚੇਰਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਰ 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 ਹਰੇ ਜਪੰਤ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਭਗਤ ਬਾਣੀ ਔਰ ਭਗਤ ਰਸਨਾ ਦੁਆਰਾ ਗੁਰਵਾਕ ਫਰਮਾਉਂਦੇ ਹਨ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ। ਭਾਵ ਕਿ ਦੇਹ ਤਾਂ ਬਿਨਸੇਗੀ, ਦੇਹ ਤਾਂ ਟਲੇਗੀ, ਪਰ ਦੇਹ ਦੇ ਟਲਣ ਵਿੱਚੋਂ ਜਿਨ੍ਹਾਂ ਨੇ ਦੁਰਲੱਭ ਜਾਣ ਕੇ ਇਹਦਾ ਸਹੀ ਪ੍ਰਯੋਗ ਕਰ ਲਿਆ, ਬੰਦਗੀ ਦਾ ਕਰਮ ਕਮਾ ਲਿਆ, ਉਹੀ ਇਨਸਾਨ ਇਸ ਜੱਗ ਦੇ ਵਿੱਚ ਉੱਤਮ ਹਨ। ਗੁਰੂ ਸਾਹਿਬ ਦੀ ਕਿਰਪਾ ਕਰਨ, ਕਿਉਂਕਿ 4 ਸਲੋਕਾਂ ਦੀ ਵਿਆਖਿਆ ਆਪ ਜੀ ਦੇ ਸਨਮੁਖ ਸਾਂਝੀ ਕਰਨ ਦਾ ਯਤਨ ਕੀਤਾ ਹੈ। 4 ਸਲੋਕਾਂ ਦੇ ਵਿੱਚ ਸਾਨੂੰ ਪਹਿਲਾਂ ਗੁਰੂ ਸਾਹਿਬ ਜੀ ਨੇ ਵੈਰਾਗ ਦੇ ਨੁਕਤੇ ਤੋਂ ਸਾਡੇ ਸੰਸਾਰਕ ਸੰਬੰਧਾਂ ਦੀ, ਸਾਡੇ ਸਰੀਰ ਦੀ, ਸਾਡੇ ਜੀਵਨ ਦੀ ਸਾਰੀ ਜਿਹੜੀ ਛਿਣ ਭੰਗਰਤਾ ਸਮਝਾ ਕੇ ਜੀਵਨ ਦੇ ਮਨੋਰਥ ਪ੍ਰਤੀ ਸੁਚੇਤ ਕੀਤਾ, ਸਜਗ ਕੀਤਾ। ਗੁਰੂ ਸਾਹਿਬ ਦੀ ਕਿਰਪਾ ਕਰਨ ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਸਨਮੁਖ ਵਿਆਖਿਆ ਸਨਮੁਖ ਸਾਂਝੀ ਕਰਨ ਦਾ ਯਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।